अष्टपदी। संत संग अंतर प्रभु डीठा, नाम प्रभु का लागे मीठा। सगल समग्री एक सकट माही, अनेक रंग नाना दृष्टाई। नौने दे अमृत प्रभ का नाम, दे में इसका विश्राम। सोन समाधि अनहत तैनाद, कौन न जाई अचरज विस्माद। तिन देखिया जिस आप दिखाए, नानक तिस जन सोझी पाए। अर्थ, ਸੰਤਾਂ ਨਾਲ ਮਿਲਿਆ ਪ੍ਰਭੂ ਦਾ ਨਾਮ ਮਿੱਠਾ ਲੱਗਾ ਹੈ। ਨਾਮ ਜਪ ਕੇ ਪ੍ਰਭੂ ਨੂੰ ਆਪਣੇ ਅੰਦਰੋਂ ਹੀ ਵੇਖ ਲਿਆ ਹੈ। ਇੱਕ ਕਰਤਾਰ ਦੇ ਸਰੀਰ ਵਿੱਚ ਹੀ ਜਗਤ ਦੀ ਸਾਰੀ ਸਮੱਗਰੀ ਹੈ। ਅਨੇਕਾਂ ਉਸ ਦੇ ਰੰਗ ਹਨ ਅਤੇ ਅਨੇਕਾਂ ਹੀ ਵੇਖਣ ਵਾਲੇ ਹਨ। ਪ੍ਰਭੂ ਦਾ ਨਾਮ ਅੰਮ੍ਰਿਤ ਹੀ ਨੌ ਨਿਦਾ ਰੂਪ ਹੈ। ਮਨੁੱਖ ਦੇ ਵਿੱਚ ਹੀ ਇਸ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਅਪੂਰ ਸਮਾਧੀ ਵਿੱਚ ਉਹ ਨਾਸ਼ ਰਹਿਤ ਪ੍ਰਗਟ ਹੁੰਦਾ ਹੈ। ਉਸ ਦਾ ਰੂਪ ਕਿਹਾ ਨਹੀਂ ਜਾਂਦਾ, ਅਚਰਜ ਤੋਂ ਵੀ ਅਚਰਜ ਹੈ। ਉਸ ਨੇ ਦਰਸ਼ਨ ਕੀਤਾ ਹੈ ਜਿਸ ਨੂੰ ਉਸ ਨੇ ਆਪ ਦਰਸ਼ਨ ਦਿੱਤਾ ਹੈ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਪੁਰਸ਼ ਨੇ ਸਾਰੀ ਸੋਝੀ ਪਾ ਲਈ ਹੈ। ਭਾਵ, ਨਾਮ ਦੀ ਸਫਲਤਾ ਦਾ ਕਾਰਨ ਸਾਧ ਸੰਗਤ ਹੈ। ਨਾਮ ਜਪਦਿਆਂ ਜਪਦਿਆਂ ਅਪੂਰ ਸਮਾਧੀ ਫੁਰਨੇ ਮਿਟ ਜਾਣ ਤਾਂ ਨਿਰੰਕਾਰ ਦਾ ਦਰਸ਼ਨ ਹੋ ਜਾਂਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਨ माई आकाश पयाल, सर्व लोक पूरन प्रतिपाल। बांटन पर्वत है पार ब्रह्म, जैसी आज्ञा तैसा कर्म। पौन पानी बसंतर माही, चार कुंट दै दिसे समाही। तिसते पिन नहीं को ठाओ, गुर प्रसाद नानक सुख पाओ। अर्थ, ਉਹ ਬੇਅੰਤ ਹੀ ਅੰਦਰ ਹੈ, ਉਹੀ ਬਾਹਰ ਸਾਰਿਆਂ ਘਟਾਂ ਵਿੱਚ ਭਗਵੰਤ ਹੀ ਮਿਲ ਗਿਆ ਰਿਹਾ ਹੈ। ਧਰਤੀ ਆਕਾਸ਼ ਤੇ ਪਤਾਲ ਵਿੱਚ ਹੈ, ਸਾਰੇ ਲੋਕਾਂ ਵਿੱਚ ਪੂਰਨ ਹੋ ਕੇ ਸਭ ਦੀ ਪਾਲਣਾ ਕਰਦਾ ਹੈ। ਜੰਗਲਾਂ ਕੱਖਾਂ ਤੇ ਪਹਾੜਾਂ ਵਿੱਚ ਵੀ ਪਾਰ ਬ੍ਰਹਮ ਹੈ। ਜਿਹਾ ਹੁਕਮ ਦਿੰਦਾ ਹੈ ਜੀਵ ਉਹੀ ਕਰਮ ਕਰਦਾ ਹੈ। ਪੌਣ ਪਾਣੀ ਤੇ ਅੱਗ ਵਿੱਚ ਵੀ ਹੈ। ਚਾਰ ਕੁੰਟਾਂ ਤੇ ਦਸੋ ਦਿਸ਼ਾ ਵਿੱਚ ਸਮਾਇਆ ਹੋਇਆ ਹੈ। ਉਸ ਤੋਂ ਬਿਨਾ ਕੋਈ ਜਗ੍ਹਾ ਨਹੀਂ ਹੈ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਦੀ ਕਿਰਪਾ ਨਾਲ ਉਸ ਸੁਖ ਸਰੂਪ ਨੂੰ ਪਾਈਦਾ ਹੈ। ਭਾਵ, ਜੈਸੇ ਬਸੰਤਰ ਕਾਸ਼ਟ ਮਜ਼ਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਸਾਰੀਆਂ ਜਗ੍ਹਾ ਵਿੱਚ ਵਾਹਿਗੁਰੂ ਹੈ, ਪਰ ਪ੍ਰਗਟ ਗੁਰਾਂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਜਿਵੇਂ ਸਭਨਾ ਲੱਕੜਾਂ ਵਿੱਚ ਅੱਗ ਹੈ, ਪਰ ਪ੍ਰਗਟ ਕੀਤੇ ਤੋਂ ਬਿਨਾ ਕੰਮ ਨਹੀਂ ਸੌਰਦਾ। वेद पुराण स्मृति में देख, सस्यर सुर नक्षत्र में ही एक। बाणी प्रभ की सुर को बोले, आप अडोल न कभू डोले। सर्व कला कर खेले खेल, मेल न पाइए गुण अमे अमोल। सर्व ज्योति में जाकी जोत, तार रहो सुआसी ओतपोत। गुर प्रसाद परम का नाथ, नानक तिन में एहो विश्वास। अर्थ, वेदां पुराणां ते ਸਮਰਤੀਆਂ ਵਿੱਚ ਵੀ ਉਹ ਹੀ ਦਿਸਦਾ ਹੈ। ਚੰਦਰਮਾ, ਸੂਰਜ ਤੇ ਤਾਰਿਆਂ ਵਿੱਚ ਵੀ ਉਹੀ ਇੱਕੋ ਹੈ। ਉਸੇ ਪ੍ਰਭੂ ਦੀ ਬਾਣੀ ਹੀ ਸਾਰਿਆਂ ਨੂੰ ਬੁਲਾਉਂਦੀ ਹੈ। ਉਹ ਪ੍ਰਭੂ ਆਪ ਅਡੋਲ ਹੈ, ਕਦੇ ਵੀ ਨਹੀਂ ਡੋਲਦਾ। ਸਾਰੀਆਂ ਸ਼ਕਤੀਆਂ ਕਰਕੇ ਉਹੀ ਖੇਡਾਂ ਖੇਡਦਾ ਹੈ।
उसका मुल नहीं पै सकता, क्योंकि अमूलक गुणां वाला है। सारिਆਂ ਦੇ ਚਾਨਣੇ ਵਿੱਚ ਜਿਸ ਦੀ ਜੋਤ ਹੀ ਚਾਨਣ ਦੇ ਰਹੀ ਹੈ, ਉਹ ਸੁਆਮੀ ਤਾਣੇ ਪੇਟੇ ਦੇ ਇੱਕ ਸੂਤਰ ਵਾਂਗ ਸਭ ਵਿੱਚ ਆਪੇ ਹੀ ਆਪ ਹੈ। ਗੁਰਾਂ ਦੀ ਕਿਰਪਾ ਨਾਲ ਜਿਸ ਦਾ ਪਰਮ ਨਾਸ ਹੋਇਆ ਹੈ, ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਦਾ ਇਹ ਭਰੋਸਾ ਹੈ। ਭਾਵ ਪਿਛਲੀ ਪੌੜੀ ਦੀ ਪੁਸ਼ਟੀ ਕਰਦੇ ਹਨ ਕਿ ਉਸੇ ਦੇ ਹੁਕਮ ਵਿੱਚ ਬੋਲਣਾ, ਚੱਲਣਾ, ਕਰਨਾ, ਸਹਿਣਾ, ਹੋਣਾ, ਅਨਹੋਣਾ ਆਦਿਕ ਕਰਮ ਹੋ ਰਹੇ ਹਨ। ਉਸੇ ਦੇ ਚਾਨਣੇ ਕਰਕੇ ਸਭ ਵਿੱਚ ਚਾਨਣ ਹੈ, ਪਰ ਇਹ ਗੱਲਾਂ ਪ੍ਰਤੀਤ ਉਸ ਨੂੰ ਹੁੰਦੀਆਂ ਹਨ ਜਿਸ ਦਾ ਪਰਮ ਨਾਸ ਹੋਇਆ ਹੈ, ਅਤੇ ਪਰਮ ਨਾਸ ਕਰਨ ਦਾ ਸਾਧਨ ਗੁਰਾਂ ਦੀ ਕਿਰਪਾ ਹੈ। संत जना का पेकन सब ब्रह्म, संत जना के हृदय सब धर्म। संत जना सुन ही शुभ बचन, सर्व व्यापी राम संग रचन। जिन जाता तिसकी ए रहत, सत बचन साधु सब कहत। जो जो होए सोई सुख माने, कर्ण करावण हार प्रभु जाने। आंतर बसे बार भी ओहे, नानक दर्शन देख सब मोह। अर्थ संत जन सब ਵਿੱਚ ਵਾਹਿਗੁਰੂ ਨੂੰ ਵੇਖਦੇ ਹਨ। ਸੰਤ ਜਨਾਂ ਦੇ ਹਿਰਦੇ ਵਿੱਚ ਸਾਰੇ ਹੀ ਧਰਮ ਹਨ। ਸੰਤ ਜਨ ਸਦਾ ਚੰਗੇ ਹੀ ਬਚਨ ਸੁਣਦੇ ਹਨ, ਕਿਉਂਕਿ ਉਹ ਸਦਾ ਸਰਵ ਵਿਆਪਕ ਰਾਮ ਨਾਲ ਮਿਲੇ ਰਹਿੰਦੇ ਹਨ। ਜਿਸ ਨੇ ਉਸ ਨੂੰ ਜਾਣਿਆ ਹੈ, ਉਸ ਦੀ ਇਹ ਰਹਿਣੀ ਹੈ। ਉਹ ਸੰਤ ਜਨ ਸਭ ਸੱਚੇ ਬਚਨ ਹੀ ਆਖਦੇ ਹਨ। ਜੋ ਜੋ ਹੁੰਦਾ ਹੈ ਉਸੇ ਵਿੱਚ ਸੁੱਖ ਮੰਨਦੇ ਹਨ, ਕਿਉਂਕਿ ਉਹ ਕਰਨ ਵਾਲਾ ਤੇ ਕਰਾਉਣ ਵਾਲਾ ਇੱਕ ਨਿਰੰਕਾਰ ਨੂੰ ਜਾਣਦੇ ਹਨ। ਅੰਦਰ ਵੀ ਉਹੀ ਵਸਦਾ ਹੈ ਅਤੇ ਬਾਹਰ ਵੀ ਉਹੀ ਵਿਆਪਕ ਹੈ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਇਹ ਸਮਝ ਕੇ ਸੰਤ ਜਨ ਸਭ ਵਿੱਚ ਉਸੇ ਦਾ ਦਰਸ਼ਨ ਵੇਖ ਕੇ ਮੋਏ ਗਏ ਹਨ। ਭਾਵ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣਿਆ ਹੈ, ਉਹਨਾਂ ਦੀ ਰਹਿਣੀ ਪ੍ਰਗਟ ਕੀਤੀ ਹੈ ਕਿ ਉਹ ਸਾਰਿਆਂ ਨੂੰ ਉਸੇ ਦਾ ਰੂਪ ਕਰਕੇ ਵੇਖਦੇ ਹਨ। ਇਸ ਲਈ ਜੋ ਕੁਝ ਹੁੰਦਾ ਹੈ ਉਸ ਦਾ ਕਰਤਾ ਵਾਹਿਗੁਰੂ ਨੂੰ ਮੰਨ ਕੇ ਆਪ ਸਦਾ ਹੀ ਆਨੰਦ ਰਹਿੰਦੇ ਹਨ। आप सत क्या सब सत, तिस प्रपते सगली उत्पत्त। तिस पावे ता करे विस्तार, तिस पावे ता एक ओंकार। अनिकला लखी न जाए, जिस पावे तिस लय मिलाए। कवन निकट कवन कहिए दूर, आपे आप भरपूर। अंतर्गति जिस आप जनाए, नानक तिस जन आप बुझाए। अर्थ ਉਹ ਆਪ ਸਤ ਹੈ, ਇਸ ਲਈ ਉਸ ਦਾ ਕੀਤਾ ਵੀ ਸਭ ਸਤ ਹੁੰਦਾ ਹੈ। ਉਸ ਪ੍ਰਭੂ ਤੋਂ ਹੀ ਸਾਰੇ ਕਰਤੱਵ ਪੈਦਾ ਹੁੰਦੇ ਹਨ। ਉਹ ਚਾਹੇ ਤਾਂ ਫੈਲਾਵ ਕਰ ਲਵੇ, ਉਸ ਦੀ ਇੱਛਾ ਹੋਵੇ ਤਾਂ ਇਕੱਲਾ ਹੀ ਹੋ ਜਾਵੇ। ਉਸ ਦੀਆਂ ਖੇਡਾਂ ਅਨੇਕ ਹਨ, ਜਾਣੀਆਂ ਨਹੀਂ ਜਾਂਦੀਆਂ। ਜਿਸ ਨੂੰ ਚਾਹੁੰਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕੌਣ ਉਸ ਦੇ ਨੇੜੇ ਹੈ ਅਤੇ ਕੌਣ ਉਸ ਤੋਂ ਦੂਰ ਹੈ। ਆਪੇ ਆਪ ਹੀ ਸਾਰੇ ਪਸਰਿਆ ਹੈ, ਕਿਉਂਕਿ ਸਾਰਿਆਂ ਵਿੱਚ ਉਸ ਦਾ ਆਪਣਾ ਆਪ ਹੈ, ਜਿਸ ਨੂੰ ਸਰੀਰ ਅੰਦਰੋਂ ਮਿਲਣ ਦੀ ਜੁਗਤੀ ਆਪੇ ਜਣਾਉਂਦਾ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਪੁਰਸ਼ ਨੂੰ ਆਪਣਾ ਆਪ ਵਿਖਾ ਦਿੰਦਾ ਹੈ। ਸਰਬਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ।
आवन जान एक खेल बनाया, आज्ञाकारी की नी माया। सबके मद अलिप्त हो रहे, जो कुछ कहना सु आपे कहे। आज्ञा आवे आज्ञा जाए, नानक जा पावे ता लई समाए। अर्थ ਸਾਰਿਆਂ ਜੀਵਾਂ ਵਿੱਚ ਆਪ ਹੀ ਵਰਤ ਰਿਹਾ ਹੈ, ਸਾਰੀਆਂ ਅੱਖਾਂ ਵਿੱਚ ਆਪ ਹੀ ਵੇਖ ਰਿਹਾ ਹੈ। ਸੰਸਾਰ ਦੀ ਸਾਰੀ ਸਮੱਗਰੀ ਜਿਸ ਦਾ ਰੂਪ ਹੈ, ਉਹ ਆਪਣਾ ਜਸ ਆਪੇ ਕਰਦਾ ਤੇ ਆਪੇ ਹੀ ਸੁਣਦਾ ਹੈ। ਜੰਮਣਾ ਤੇ ਮਰਨਾ ਇਹ ਤਾਂ ਉਸਨੇ ਇੱਕ ਖੇਡ ਬਣਾਈ ਹੋਈ ਹੈ। ਉਹ ਆਪ ਸਾਰਿਆਂ ਦੇ ਵਿੱਚ ਹੈ, ਪਰ ਫਿਰ ਸਭ ਤੋਂ ਅਲੇਪ ਰਹਿੰਦਾ ਹੈ। ਜੋ ਕੁਝ ਕਹਿੰਦਾ ਹੈ ਉਹ ਆਪ ਹੀ ਆਖਦਾ ਹੈ। ਉਸਦੇ ਹੁਕਮ ਵਿੱਚ ਜੀਵ ਜਗਤ ਵਿੱਚ ਆਉਂਦਾ ਹੈ ਅਤੇ ਉਸਦੇ ਹੁਕਮ ਵਿੱਚ ਤੁਰ ਜਾਂਦਾ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਜਦ ਚਾਹੁੰਦਾ ਹੈ ਤਦੋਂ ਜੀਵ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਭਾਵ ਪੰਜਾਂ ਤੱਤਾਂ ਤੋਂ ਜਗਤ ਦੀ ਰਚਨਾ ਕਰਕੇ ਫਿਰ ਛੇਵਾਂ ਆਪ ਵਿੱਚ ਅਦ੍ਰਿਸ਼ਟ ਹੋ ਕੇ ਬੈਠਾ ਹੈ। ਉਸ ਦਾ ਆਪਣਾ ਆਪ ਸਾਰਿਆਂ ਵਿੱਚ ਹੈ। ਇਉਂ ਸਮਝੋ, ਅੱਖਾਂ ਵਿੱਚ ਵੇਖਦਾ ਹੈ, ਕੰਨਾਂ ਵਿੱਚ ਸੁਣਦਾ ਹੈ, ਰਸਨਾ ਵਿੱਚ ਰਸ ਪਰਖਦਾ ਤੇ ਬੋਲਦਾ ਹੈ। ਇਹ ਸਾਰੇ ਉਸੇ ਦੇ ਕਰਮ ਹਨ। ਉਸ ਬਿਨਾ ਕਿਸੇ ਦੀ ਵੀ ਇਹ ਤਾਕਤ ਨਹੀਂ ਹੈ। ਉਸ ਦਾ ਬੈਰਾਠ ਰੂਪ ਹੀ ਸਾਰਾ ਜਗਤ ਹੈ। ਇਸੇ ਹੋਈ ਸੁਨਾਹੀ ਬੁਰਾ, ਉਰੇ ਕਹੂ ਕਿਨੇ ਕਛੁ ਕਰਾ। आप भला करतूत आदमी की, आपे जाने अपने जी की। आप साच तारी सब साच, उत पोत आपन संग राज। ताकि गतमत कही न जाई, दूसर होए तो सो जी पाए। तिसका किया सब परवान, गुर प्रसाद नानके उजान। अर्थ ਇਸ ਤੋਂ ਕਿਸੇ ਦਾ ਬੁਰਾ ਨਹੀਂ ਹੁੰਦਾ। ਦੱਸੋ ਜੇ ਹੋਰ ਕਿਸੇ ਨੇ ਕੁਝ ਕੀਤਾ ਹੋਵੇ, ਉਹ ਆਪ ਚੰਗਾ ਹੈ, ਉਸ ਦੀ ਕਰਨੀ ਵੀ ਡਾਢੀ ਚੰਗੀ ਹੈ। ਆਪਣੇ ਦਿਲ ਦੀ ਉਹ ਆਪ ਹੀ ਜਾਣਦਾ ਹੈ। ਉਹ ਆਪ ਸੱਚਾ ਹੈ, ਇਸ ਲਈ ਉਸ ਦੀ ਬਣਾਈ ਖੇਡ ਵੀ ਸਭ ਸੱਚੀ ਹੈ। ਕਿਉਂਕਿ ਉਹੀ ਤਾਣੀ ਪੇਟੇ ਦੇ ਇੱਕ ਸੂਤਰ ਵਾਂਗੂ ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਇਸ ਲਈ ਉਸ ਦੀ ਪ੍ਰਾਪਤੀ ਦੀ ਮਰਿਆਦਾ ਆਖੀ ਨਹੀਂ ਜਾਂਦੀ। ਉਸ ਵਰਗਾ ਕੋਈ ਦੂਜਾ ਹੋਵੇ ਤਾਂ ਉਸ ਦੀ ਸੋਝੀ ਪਾਵੇ। ਉਸ ਦਾ ਕੀਤਾ ਹੀ ਸਭ ਮਨਜ਼ੂਰ ਕਰਨਾ ਯੋਗ ਹੈ। ਸ੍ਰੀ ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਦੀ ਕਿਰਪਾ ਨਾਲ ਹੀ ਇਹ ਜਾਣੀਦਾ ਹੈ। ਭਾਵ ਕਈ ਰੱਬ ਨੂੰ ਬੁਰਾ ਭਲਾ ਆਖਦੇ ਹਨ। ਉਹਨਾਂ ਨੂੰ ਕਿਹਾ ਹੈ ਕਿ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ। ਇਹ ਸਭ ਕੁਝ ਬੁਰਾ ਜਾਂ ਭਲਾ ਆਪਣੇ ਕਰਮਾਂ ਦਾ ਫਲ ਹੈ। ਇਸ ਨੂੰ ਮਿੱਠਾ ਕਰਕੇ ਮੰਨੋ। ਜੋ ਜਾਣੇ ਤੇ ਸਦਾ ਸੁਖ ਹੋਈ, ਆਪ ਮਿਲਾਏ ਲਏ ਪ੍ਰਭ ਸੋਈ। ਉਹ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅਰਥ ਜੋ ਕੋਈ ਇਹ ਜਾਣਦਾ ਹੈ, ਉਸ ਨੂੰ ਸਦਾ ਹੀ ਸੁਖ ਹੁੰਦਾ ਹੈ। ਉਸ ਨੂੰ ਪ੍ਰਭ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਹੀ ਧਨ ਵਾਲਾ ਹੈ, ਕੁਲ ਵਾਲਾ ਤੇ ਇੱਜ਼ਤ ਵਾਲਾ ਹੈ ਅਤੇ ਉਹ ਹੀ ਜੀਵਨ ਮੁਕਤ ਹੈ। ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ,
ਉਸ ਪੁਰਸ਼ ਦਾ ਜਗਤ ਵਿੱਚ ਆਉਣਾ ਧਨ ਹੈ, ਧਨ ਹੈ, ਧਨ ਹੈ। ਜਿਸ ਦੀ ਕਿਰਪਾ ਨਾਲ ਸਾਰਾ ਜਗਤ ਤਰ ਸਕਦਾ ਹੈ। ਭਗਤ ਜਨ ਕੋਲ ਆਉਣ ਦਾ ਇਹੋ ਫਲ ਹੈ ਕਿ ਭਗਤ ਜਨ ਦੇ ਸੰਗ ਬੈਠਿਆਂ ਹੀ ਨਾਮ ਚੇਤੇ ਆ ਜਾਵੇ। ਉਹ ਆਪ ਤਾਂ ਮੁਕਤੀ ਰੂਪ ਹੈ ਅਤੇ ਸੰਸਾਰ ਵਿੱਚ ਫਸੇ ਜੀਵਾਂ ਨੂੰ ਮੁਕਤੀ ਕਰਦਾ ਹੈ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਮੈਂ ਉਸ ਪੁਰਸ਼ ਨੂੰ ਸਦਾ ਮੱਥਾ ਟੇਕਦਾ ਹਾਂ। ਭਾਵ ਪਿੱਛੇ ਕਿਹਾ ਸੀ ਕਿ ਉਸ ਦਾ ਭਾਣਾ ਮਿੱਠਾ ਕਰਕੇ ਮੰਨੋ। ਹੁਣ ਇਸ ਦਾ ਫਲ ਪ੍ਰਗਟ ਕੀਤਾ ਹੈ ਕਿ ਭਾਣਾ ਮਿੱਠਾ ਮੰਨਣ ਵਾਲਿਆਂ ਨੂੰ ਕਰਤਾਰ ਆਪਣੇ ਨਾਲ ਮੇਲ ਲੈਂਦਾ ਹੈ। ਇਸ ਲਈ ਉਹ ਸਦੀ ਵੀ ਸੁਖ ਪਾ ਲੈਂਦੇ ਹਨ। ਸ਼ਲੋਕ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਰਥ, ਜਿਸ ਦਾ ਨਾਮ ਹੀ ਪੂਰਾ ਹੈ, ਉਸ ਪੂਰੇ ਪ੍ਰਭੂ ਨੂੰ ਜਿਸ ਨੇ ਮਨ ਵਿੱਚ ਅਰਾਧਿਆ ਹੈ ਅਤੇ ਜੀਭ ਨਾਲ ਉਸ ਪੂਰੇ ਦੇ ਗੁਣ ਗਾਵੇ ਹਨ। ਸ਼੍ਰੀ ਗੁਰੂ ਨਾਨਕ ਜੀ ਆਖਦੇ ਹਨ, ਉਸ ਨੇ ਪੂਰੇ ਪਰਮਾਤਮਾ ਨੂੰ ਪਾ ਲਿਆ ਹੈ।